गुड मॉर्निंग एवरीवन, सत श्री अकाल, आदाब। अज असी फिर तुहाडे सामने हाजिर होए हैं। अज असी NMMS सीरीज दे कोडिंग डीकोडिंग टाइप 4 करनी है। टाइप 4 केड़ी है? मिक्स्ड लैटर कोडिंग। मिक्स्ड लैटर कोडिंग की हुंदी है? ਉਹ ਕੋਡਿੰਗ ਜਿੰਦੇ ਵਿੱਚ ਸੈਂਟੈਂਸਸ ਨੂੰ ਕੋਡਸ ਦਿੱਤੇ ਗਏ ਹੈ। ਹਰ ਸੈਂਟੈਂਸਸ ਦੇ ਕੁਝ ਵਰਡਸ ਨੂੰ ਕੋਡ ਦਿੱਤੇ ਗਏ ਹੈ, ਪਰ ਸੈਂਟੈਂਸਸ ਆਪਣੇ ਆਪ ਵਿੱਚ ਮੀਨਿੰਗਲੈਸ ਹੈ। ਕੁਝ ਸੈਂਟੈਂਸਸ ਮੀਨਿੰਗਲੈਸ ਹੈ, ਕੁਝ ਸੈਂਟੈਂਸਸ ਮੀਨਿੰਗਫੁਲ ਹੈ ਤੇ ਉਹਨਾਂ ਦੇ ਕੋਡਸ ਵੀ ਮੀਨਿੰਗਲੈਸ ਹੈ, ਉਹਨਾਂ ਦਾ ਕੋਈ ਮੀਨਿੰਗ ਨਹੀਂ ਹੈ। ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਅੱਜ ਇਸ ਚੈਨਲ ਤੇ ਨਵੇਂ ਆਏ ਆ, ਮੈਂ ਉਹਨਾਂ ਦਾ ਵੈਲਕਮ ਕਰਦੀ ਹਾਂ ਤੇ ਉਹਨਾਂ ਨੂੰ ਦੱਸ ਦਈਏ ਕਿ ਇਹ ਹੈ ਸਾਡਾ ਮੈਥਮੈਟਿਕਸ ਪ੍ਰੋਫੈਸ਼ਨਲ ਚੈਨਲ, ਜਿੱਥੇ ਅਸੀਂ ਮੈਥ ਦੇ ਟੌਪਿਕਸ ਨੂੰ ਬੜੇ ਹੀ ਆਸਾਨ, ਬੜੇ ਇੰਟਰਸਟਿੰਗ ਤਰੀਕੇ ਨਾਲ ਪੇਸ਼ ਕਰਦੇ ਹਾਂ। ਕੁਝ ਦਿਨਾਂ ਤੋਂ ਅਸੀਂ ਆਪਣੀ NMMS ਸੀਰੀਜ਼ ਸ਼ੁਰੂ ਕੀਤੀ ਹੈ, ਜਿੰਦੇ ਵਿੱਚ ਅਸੀਂ NMMS 2024 ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਤਾਂ ਆਓ ਹੁਣ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ। ਤਾਂ ਸਾਡੀ ਟਾਈਪ 4 ਮਿਕਸਡ ਲੈਟਰ ਕੋਡਿੰਗ ਦਾ ਕੁਐਸਚਨ ਕੀ ਹੈ ਦੇਖਦੇ ਹਾਂ ਤੇ ਉਹਦੇ ਤੋਂ ਹੀ ਤੁਹਾਨੂੰ ਇਸ ਟਾਈਪ ਦੀ ਕੋਡਿੰਗ ਬਿਲਕੁਲ ਕਲੀਅਰ ਹੋ ਜੂਗੀ। ਕੀ ਮਿਕਸਡ ਲੈਟਰ ਕੋਡਿੰਗ ਮਤਲਬ ਜਿੰਦੇ 'ਚ ਸੈਂਟੈਂਸਸ ਦਿੱਤੇ ਹੋਣ ਤੇ ਵਾਕਿਆਂ ਦੇ ਅੱਗੇ ਕੋਡ ਵੀ ਵਾਕ ਹੀ ਹੋਵੇ, ਪਰ ਕਿਹੜੇ ਸ਼ਬਦ ਦਾ ਕਿਹੜਾ ਕੋਡ ਹੈ ਉਹ ਆਪਾਂ ਨੂੰ ਨਹੀਂ ਪਤਾ। ਜਿਵੇਂ ਨੀਟ ਐਂਡ ਟਾਈਡੀ ਇੱਕ ਵਾਕ ਦਿੱਤਾ ਹੈ, ਹੁਣ ਇਹਦਾ ਹੀ ਕੋਡ ਦਿੱਤਾ ਹੈ ISHLTOINM। ਹੁਣ ਇਹਨਾਂ ਚੋਂ ਨੀਟ ਦਾ ਕਿਹੜਾ ਕੋਡ ਹੈ ਆਪਾਂ ਨੂੰ ਨਹੀਂ ਪਤਾ, ਐਂਡ ਦਾ ਕਿਹੜਾ ਕੋਡ ਹੈ ਨਹੀਂ ਪਤਾ, ਟਾਈਡੀ ਦਾ ਕਿਹੜਾ ਕੋਡ ਹੈ ਨਹੀਂ ਪਤਾ। ਹੁਣ ਦੂਜਾ ਸੈਂਟੈਂਸ ਦਿੱਤਾ ਹੈ small but neat, ਇਹਦਾ ਕੋਡ ਆ ਰਿਹਾ। ਤੀਜਾ ਵਾक्य ਦਿੱਤਾ ਹੈ good but beautiful, ਇਹਦਾ ਕੋਡ ਆ ਰਿਹਾ। ਠੀਕ ਹੈ, ਹੁਣ ਕੁਐਸਚਨ ਕੀ ਹੈ? what is code of but? ਆਪਾਂ but ਦਾ ਕੋਡ ਪਤਾ ਕਰਨਾ। ਠੀਕ ਹੈ, ਹੁਣ ਜੇ ਤੁਸੀਂ ਧਿਆਨ ਨਾਲ ਤਿੰਨੋਂ ਵਾਕ ਦੇਖੋ ਤਾਂ ਇਹਦੇ ਵਿੱਚ ਕੁਝ ਵਰਡਸ, ਕੁਝ ਸ਼ਬਦ ਕਾਮਨ ਹੈ। ਜਿਵੇਂ ਪਹਿਲੇ ਦੋਵਾਂ ਵਿੱਚ ਨੀਟ ਸ਼ਬਦ ਕੀ ਹੈ? ਕਾਮਨ। ਠੀਕ ਹੈ, ਤੇ ਦੂਜੇ ਤੀਜੇ ਵਿੱਚ ਬਟ ਸ਼ਬਦ ਕੀ ਹੈ? ਕਾਮਨ। ਤਾਂ ਇਸੇ ਕਾਮਨ ਵਰਡਸ ਨੂੰ ਲੱਭ ਕੇ ਉਧਰੋਂ ਕਾਮਨ ਕੋਡ ਲੱਭਾਂਗੇ, ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਕਰਾਂਗੇ, ਉਸ ਕਨੈਕਸ਼ਨ ਨੂੰ ਵਰਤ ਕੇ ਆਪਾਂ ਨੂੰ ਜਿਹੜੇ ਦਾ ਕੋਡ ਪੁੱਛਿਆ ਉਹ ਲੱਭਾਂਗੇ। ਇਸੇ ਕਰਕੇ ਇਹਨੂੰ ਕਹਿੰਦੇ ਆ ਮਿਕਸਡ ਲੈਟਰ ਕੋਡਿੰਗ। ਮਤਲਬ ਸਾਰਾ ਕੁਝ ਮਿਕਸਚਰ ਹੈ, ਹੌਚ ਪੌਚ ਹੈ, ਕਿੰਦਾ ਕਿਹੜਾ ਕੋਡ ਹੈ ਇਹ ਨਹੀਂ ਪਤਾ। ਮਿਕਸ ਹੈ ਕਿ ਇੱਕ ਸੈਂਟੈਂਸ ਦਿੱਤਾ, ਇਧਰੋਂ ਇੱਕ ਕੋਡ ਦਾ ਸੈਂਟੈਂਸ ਦਿੱਤਾ, ਮਿਕਸ ਹੈ ਕਿ ਕਿਹੜਾ ਕਿੰਦਾ ਆਪਾਂ ਨੂੰ ਨਹੀਂ ਪਤਾ। ਇਸ ਕਰਕੇ ਇਹਨੂੰ ਮਿਕਸਡ ਲੈਟਰ ਕੋਡ ਕਹਿੰਦੇ ਆ। ਤਾਂ ਹੁਣ ਆਨਸਰ ਲੱਭੀਏ। ਬਟ ਦਾ ਕੋਡ ਲੱਭਣਾ, ਤਾਂ ਬਟ ਜਿਵੇਂ ਮੈਂ ਕਿਹਾ ਕਿ ਦੂਜੇ ਤੇ ਤੀਜੇ ਵਿੱਚ ਹੈ। ਠੀਕ ਹੈ, ਆਪਣਾ ਮਕਸਦ ਆ ਰਿਹਾ ਬਟ ਦੂਜੇ ਤੇ ਤੀਜੇ ਵਿੱਚ ਹੈ। ਹੁਣ ਦੂਜੇ ਤੇ ਤੀਜੇ ਵਿੱਚ ਹੋਰ ਕੋਈ ਵਰਡ ਕਾਮਨ ਹੈਗਾ? ਸੇਮ ਹੈਗਾ, ਸਮਾਲ ਤੇ ਨੀਟ ਹੈ, ਪਰ ਤੀਜੇ ਵਿੱਚ ਸਮਾਲ ਤੇ ਨੀਟ ਨਹੀਂ ਹੈ। ਦੋਵਾਂ ਦੂਜੇ ਤੇ ਤੀਜੇ ਵਾਕਾਂ ਵਿੱਚ ਕੱਲਾ ਬਟ ਸ਼ਬਦ ਕਾਮਨ ਹੈ। ਇਸ ਦਾ ਮਤਲਬ ਫਿਰ ਆ ਦੂਜੇ ਕੋਡ ਵਾਲੇ ਲਾਈਨ ਤੇ ਤੀਜੀ ਕੋਡ ਵਾਲੇ ਵਾਕ ਵਿੱਚੋਂ ਕਿਹੜਾ ਕਾਮਨ ਕੋਡ ਹੈ, ਉਹ ਵਰਡ ਹੈ, ਉਹ ਦੇਖੀਏ। ਦੂਜੇ ਤੇ ਤੀਜੇ ਵਾਕ ਵਿੱਚੋਂ ਕਿਹੜਾ ਕੋਡ ਸ਼ਬਦ ਕਾਮਨ ਹੈ ਉਹ ਦੇਖੋ। QPR, ਇੱਥੇ QPR ਨਹੀਂ ਹੈ। INM, ਇੱਥੇ INM ਨਹੀਂ ਹੈ। SCN, ਇੱਥੇ SCN ਆ ਰਿਹਾ। ਆ SCN ਸ਼ਬਦ ਕੋਡ ਦੂਜੇ 'ਚ ਵੀ ਹੈ, ਤੀਜੇ 'ਚ ਵੀ ਹੈ। ਤਾਂ ਇਧਰੋਂ ਦੂਜੇ ਤੇ ਤੀਜੇ 'ਚ ਇੰਗਲਿਸ਼ ਦਾ ਕਿਹੜਾ ਵਰਡ ਕਾਮਨ ਹੈ? ਬਟ। ਤਾਂ ਇਸ ਦਾ ਮਤਲਬ ਬਟ ਦਾ ਆਨਸਰ ਹੋ ਗਿਆ SEN। ਠੀਕ ਹੈ, ਹੁਣ ਪਤਾ ਚੱਲ ਗਿਆ ਕਿ ਆਪਾਂ ਜਿਹੜੇ ਵਰਡ ਦਾ ਆਪਾਂ ਨੂੰ ਕੋਡ ਪੁੱਛਿਆ ਉਹ ਕਿਹੜੇ ਸੈਂਟੈਂਸਸ ਵਿੱਚ ਹੈ ਤੇ ਉਧਰੋਂ ਉਹਨਾਂ ਦੇ ਕੋਡ ਵਾਲੇ ਵਾਕਾਂ ਵਿੱਚ ਕਿਹੜਾ ਕੋਡ ਕਾਮਨ ਹੈ, ਉਵੇਂ ਉਹਨਾਂ ਦਾ ਆਪਸ ਚ ਕਨੈਕਸ਼ਨ ਕਰਕੇ ਆਨਸਰ ਕੱਢਣਾ ਹੈ। ਕੁਝ ਨਹੀਂ, ਇਹਦੇ ਕੋਈ ਦਿਮਾਗ ਨਹੀਂ ਲਾਣਾ, ਨਾ ਕੋਈ ਕੈਲਕੂਲੇਸ਼ਨ ਕਰਨੀ, ਨਾ ABCD, ਕੁਝ ਨਹੀਂ ਹੈ। ਸਾਰਾ ਕੁਝ ਸੈਂਟੈਂਸਸ, ਵਰਡਸ ਮੀਨਿੰਗਲੈਸ ਹੈ। ISHLTO ਕੋਈ ਮਤਲਬ ਨਹੀਂ, ਕੋਈ ਵਰਡ ਨਹੀਂ ਬਣਦਾ।
ਇਹ ਵੀ ਸਮਾਲ ਬਟ ਨੀਟ, ਇਹਨਾਂ ਦੇ ਪ੍ਰੋਪਰ ਮੀਨਿੰਗਫੁਲ ਨਹੀਂ ਹੈ, ਪਰ ਫੇਰ ਵੀ ਇਹ ਕੋਡਿੰਗ ਡੀਕੋਡਿੰਗ ਦਾ ਪਾਰਟ ਹੈ। ਠੀਕ ਹੈ, ਤਾਂ ਉਹ ਇੱਕ ਹੋਰ ਕੁਐਸਚਨ ਕਰੀਏ। ਤਾਂ ਹੁਣ ਦੂਜਾ ਕੁਐਸਚਨ ਹੈ, ਇਫ ਸਿੰਗਿੰਗ ਇਜ਼ ਐਪਰੀਸ਼ੀਏਬਲ, ਸਿੰਗਿੰਗ ਇਜ਼ ਐਪਰੀਸ਼ੀਏਬਲ ਸੈਂਟੈਂਸ ਦਿੱਤਾ ਹੈ, ਉਹਦਾ ਕੋਡ ਦਿੱਤਾ ਹੈ COLTIPMOT, ਆ ਕੋਡ ਦਿੱਤਾ ਹੈ। ਦੂਜਾ ਵਾਕ ਦਿੱਤਾ ਹੈ ਡਾਂਸਿੰਗ ਇਜ਼ ਗੁੱਡ, ਇਹਦਾ ਕੋਡ ਦਿੱਤਾ ਹੈ MOTBAJMIN। ਤੀਜਾ ਸੈਂਟੈਂਸ ਦਿੱਤਾ ਹੈ ਸਿੰਗਿੰਗ ਐਂਡ ਡਾਂਸਿੰਗ, ਇਹਦਾ ਕੋਡ ਦਿੱਤਾ ਹੈ TIPNOPBAJ। ਤਾਂ ਕੁਐਸਚਨ ਪੁੱਛਿਆ what is code of good, good ਦਾ ਕੋਡ ਲੱਭਣਾ। ਹੁਣ ਤਿੰਨਾਂ ਸੈਂਟੈਂਸਸ ਵਿੱਚ ਗੁੱਡ ਸ਼ਬਦ ਕਿੱਥੇ ਆ ਰਿਹਾ, ਹੋਰ ਕਿਤੇ ਨਹੀਂ, ਇਕੱਲੇ ਇੱਕ ਵਾਕ ਵਿੱਚ ਹੈ। ਤਾਂ ਹੁਣ ਇਸ ਵਾਕ ਵਿੱਚ ਤਿੰਨ ਸ਼ਬਦ ਹੈ, ਡਾਂਸਿੰਗ ਇਜ਼ ਗੁੱਡ, ਤਾਂ ਤਿੰਨਾਂ ਵਿੱਚੋਂ ਗੁੱਡ ਦਾ ਇਹਨਾਂ ਚੋਂ ਕਿਹੜਾ ਕੋਡ ਹੈ ਇਹ ਆਪਾਂ ਨੂੰ ਨਹੀਂ ਪਤਾ ਤੇ ਨਾ ਹੀ ਲੱਭਿਆ ਜਾ ਸਕਦਾ। ਤਾਂ ਹੁਣ ਕੀ ਕਰਾਂਗੇ, ਹੁਣ ਆਪਾਂ ਕਰਾਂਗੇ ਕਿ ਇਸ ਸੈਂਟੈਂਸ ਵਿੱਚ ਗੁੱਡ ਦਾ ਕੋਡ ਲੱਭਣ ਦੀ ਬਜਾਏ ਜਿਹੜੇ ਬਾਕੀ ਸ਼ਬਦ ਹੈ ਵਰਡਸ ਹੈ ਉਹਨਾਂ ਦਾ ਕੋਡ ਲੱਭ ਲਾਂਗੇ। ਜਿਵੇਂ ਇਸ ਸੈਂਟੈਂਸ ਵਿੱਚ ਹੁਣ ਡਾਂਸਿੰਗ ਇਜ਼ ਸ਼ਬਦ ਹੈਗੇ ਆ, ਤਾਂ ਆਪਾਂ ਡਾਂਸਿੰਗ ਤੇ ਇਜ਼ ਦਾ ਕੋਡ ਲੱਭ ਲਾਂਗੇ ਕਿ ਇਹ ਤਿੰਨਾਂ ਕੋਡਸ ਵਿੱਚੋਂ ਡਾਂਸਿੰਗ ਤੇ ਇਜ਼ ਦਾ ਕਿਹੜਾ ਕਿਹੜਾ ਕੋਡ ਹੈ, ਤੇ ਫਿਰ ਜਿਹੜਾ ਬਚ ਗਿਆ ਉਹ ਗੁੱਡ ਦਾ ਹੀ ਹੋਊਗਾ। ਠੀਕ ਹੈ, ਹੁਣ ਇਸ ਕੁਐਸਚਨ ਵਿੱਚ ਆਪਾਂ ਨੂੰ ਇਹ ਤਰੀਕਾ ਕਿਉਂ ਅਪਣਾਉਣ ਦੀ ਲੋੜ ਪੈ ਗਈ, ਪਿਛਲੇ ਚ ਆਪਾਂ ਹੋਰ ਡਿਫਰੈਂਟ ਵੇ ਅਪਣਾਇਆ ਸੀ, ਕਿਉਂ? ਕਿਉਂਕਿ ਇਸ ਵਿੱਚ ਗੁੱਡ ਕੱਲਾ ਇੱਕ ਸੈਂਟੈਂਸ ਵਿੱਚ ਦਿੱਤਾ ਹੈ। ਪਿਛਲੇ ਕੁਐਸਚਨ ਚ ਆਪਾਂ ਨੂੰ ਬਟ ਦਾ ਕੋਡ ਪੁੱਛਿਆ ਸੀ, ਉਹ ਦੋ ਸੈਂਟੈਂਸਸ ਦੋ ਵਾਕਾਂ ਵਿੱਚ ਦਿੱਤਾ ਹੋਇਆ ਸੀ ਸ਼ਬਦ, ਤਾਂ ਆਪਾਂ ਕਾਮਨ ਲੱਭ ਲਿਆ। ਇਹਦੇ ਚ ਦਿੱਤਾ ਹੀ ਇੱਕ ਚ ਹੈ ਤਾਂ ਕਾਮਨ ਦਾ ਪਤਾ ਨਹੀਂ ਚੱਲਦਾ ਪਿਆ। ਠੀਕ ਹੈ, ਤਾਂ ਚਲੋ ਹੁਣ ਡਾਂਸਿੰਗ ਸ਼ਬਦ ਕਿੱਥੇ ਹੈ, ਇੱਕ ਤਾਂ ਦੂਜੇ ਚ ਹੈ ਤੇ ਇੱਕ ਸਿੰਗਿੰਗ ਐਂਡ ਡਾਂਸਿੰਗ ਆ ਰਿਹਾ ਤੀਜੇ ਚ ਹੈ। ਤਾਂ ਦੂਜੇ ਤੇ ਤੀਜੇ ਵਿੱਚ ਕਿਹੜਾ ਕੋਡ ਸੇਮ ਹੈ, MOT ਨਹੀਂ, ਆ ਦੇਖੋ ਆ BAJ ਤੇ BAJ ਸੇਮ ਹੈ, ਤਾਂ ਇਸ ਦਾ ਮਤਲਬ ਡਾਂਸਿੰਗ ਦਾ ਕੋਡ ਹੋ ਗਿਆ BAJ। ਪਰ ਆਪਾਂ ਤਾਂ ਗੁੱਡ ਦਾ ਲੱਭਣਾ ਹੈ, ਤਾਂ ਇਸ ਦਾ ਮਤਲਬ ਇਹ ਆਪਣਾ ਹੁਣ ਕ੍ਰਾਸ ਹੋ ਗਿਆ, ਇਹ ਗੁੱਡ ਦਾ ਕੋਡ ਨਹੀਂ ਹੋ ਸਕਦਾ। ਹੁਣ ਅੱਗੇ ਚੱਲੀਏ ਇਜ਼ ਦਾ, ਇਜ਼ ਪਹਿਲੇ ਚ ਵੀ ਹੈ ਦੂਜੇ ਵਾਕ ਚ ਵੀ ਹੈ, ਤਾਂ ਪਹਿਲੇ ਤੇ ਦੂਜੇ ਚ ਕਿਹੜਾ ਕਾਮਨ ਕੋਡ ਹੈ, MOT ਦੋਵਾਂ ਚ ਕਾਮਨ ਹੈ, ਤਾਂ ਇਸ ਦਾ ਮਤਲਬ ਇਹ ਵੀ ਆਪਾਂ ਕ੍ਰਾਸ ਕਰਤਾ ਕਿ ਗੁੱਡ ਦਾ ਇਹ ਵੀ ਕੋਡ ਨਹੀਂ ਹੋ ਸਕਦਾ। ਤਾਂ ਹੁਣ ਦੂਜੇ ਵਿੱਚ ਆ ਵੀ ਨਹੀਂ ਹੋ ਸਕਦਾ, ਆ ਵੀ ਨਹੀਂ ਹੋ ਸਕਦਾ, ਆ ਬਚ ਗਿਆ, ਤਾਂ ਇਸ ਦਾ ਮਤਲਬ ਗੁੱਡ ਦਾ ਕੋਡ ਹੈਗਾ MINB ਆਪਸ਼ਨ। ਠੀਕ ਹੈ, ਆਓ ਤੀਜਾ ਕੁਐਸਚਨ ਕਰਦੇ ਹਾਂ। some good jokes ਦਾ ਕੋਡ ਦਿੱਤਾ ਹੈ ਆਪਣਾ। ਠੀਕ ਹੈ, some real stories ਦੂਜਾ ਸੈਂਟੈਂਸ ਹੈ, ਉਹਦਾ ਕੋਡ ਦਿੱਤਾ ਹੈ ਆਪਣਾ। ਤੀਜਾ ਵਾਕ ਹੈਗਾ many good stories, ਉਹਦਾ ਕੋਡ ਆ ਦਿੱਤਾ। ਕੁਐਸਚਨ ਹੈ what is code of jokes ਦਾ ਕੋਡ ਆਪਾਂ ਲੱਭਣਾ। ਠੀਕ ਹੈ, ਹੁਣ ਦੇਖੋ ਇਹ ਵੀ ਚੀਜ਼ ਦੇਖਣ ਵਾਲੀ ਹੈ ਕਿ ਆਵਲੇ ਕੁਐਸਚਨ ਚ ਆਪਾਂ ਨੂੰ ਇੱਕ ਵਾਕ ਸੈਂਟੈਂਸ ਦੇ ਰੂਪ ਵਿੱਚ ਦਿੱਤੇ ਸੀ, ਕਿਉਂਕਿ ਵਿੱਚ ਇਜ਼ ਇਫ ਵਰਤਿਆ ਹੋਇਆ ਸੀ। ਹੁਣ ਇੱਥੇ ਸਿੱਧਾ ਉਹਨਾਂ ਨੇ ਕੋਈ ਇਫ ਇਜ਼ ਨਹੀਂ ਵਰਤਿਆ, ਸਿੱਧਾ ਬਰਾਬਰ ਇਕੁਅਲ ਟੂ ਦਾ ਨਿਸ਼ਾਨ ਪਾ ਕੇ, ਇਕੁਅਲ ਟੂ ਦਾ ਸਾਈਨ ਪਾ ਕੇ ਸਿੱਧੇ ਹੀ ਲਿਖਤੇ। ਠੀਕ ਹੈ, ਤੇ ਡਿਫਰੈਂਟ ਤਰੀਕਾ ਵੀ ਹੋ ਗਿਆ ਇੱਕ ਤਰ੍ਹਾਂ ਦਾ। ਚਲੋ, ਤਾਂ ਵਾਟ ਇਜ਼ ਕੋਡ ਆਫ ਜੋਕਸ ਲੱਭਣਾ ਹੈ। ਹੁਣ ਜੋਕਸ ਉਵੇਂ ਹੀ ਇਕੱਲੇ ਪਹਿਲੇ ਵਿੱਚ ਹੈ, ਹੋਰਾਂ ਚ ਕਿਤੇ ਜੋਕਸ ਹੈ ਨਹੀਂ, ਤਾਂ ਇਹਦੇ ਵਿੱਚ ਵੀ ਪਹਿਲੇ ਵਾਲਾ ਤਰੀਕਾ ਹੀ ਲੱਗੂਗਾ। ਜੋਕਸ ਦਾ ਕੋਡ ਇਹਨਾਂ ਵਿੱਚੋਂ ਕਿਹੜਾ ਨਹੀਂ ਪਤਾ ਚੱਲ ਸਕਦਾ, ਤਾਂ ਆਪਾਂ ਬਾਕੀ ਦੋਵਾਂ ਦਾ ਸਮ ਤੇ ਗੁੱਡ ਦਾ ਕੋਡ ਲੱਭ ਲਾਂਗੇ, ਤੇ ਜਿਹੜਾ ਤੀਜਾ ਵਰਡ ਬਚ ਜੂਗਾ ਕੋਡ ਵਾਲਾ ਉਹ ਜੋਕਸ ਦਾ ਹੋਊਗਾ। ਤਾਂ ਚਲੋ ਸ਼ੁਰੂ ਕਰੀਏ। ਹੁਣ ਸਮ ਸ਼ਬਦ ਹੈ ਪਹਿਲਾਂ, ਸਮ ਪਹਿਲੇ ਤੇ ਦੂਜੇ ਚ ਦੋਵਾਂ ਚ ਹੈ, ਪਹਿਲੇ ਚ ਵੀ ਹੈ ਦੂਜੇ ਚ ਵੀ ਹੈ, ਤੇ ਪਹਿਲੇ ਦੂਜੇ ਚੋਂ ਕਾਮਨ ਕਿਹੜਾ ਆ ਰਿਹਾ, ਨਾਈ ਤੇ NI ਦੋਵਾਂ ਚ ਕਾਮਨ ਹੈ, ਤੇ ਇਹਨੂੰ ਮੈਂ ਕੱਟਤਾ। ਹੁਣ ਗੁੱਡ ਪਹਿਲੇ ਚ ਹੈ ਤੇ ਆ ਰਿਹਾ ਗੁੱਡ ਤੀਜੇ ਚ ਹੈ। ਪਹਿਲੇ ਤੇ ਤੀਜੇ ਸੈਂਟੈਂਸ ਚ ਗੁੱਡ ਕਾਮਨ ਹੈ, ਤੇ ਪਹਿਲੇ ਤੇ ਤੀਜੇ ਚ ਕਿਹੜਾ ਕੋਡ ਕਾਮਨ ਹੈ, ਆ ਰਿਹਾ PI ਤੇ PI, ਤਾਂ ਇਸ ਦਾ ਮਤਲਬ ਇਹ ਵੀ ਮੇਰਾ ਕ੍ਰਾਸ ਹੋ ਗਿਆ।
ਤਾਂ ਕਿਹੜਾ ਬਚ ਗਿਆ BI। ਤੇ ਇਸ ਦਾ ਮਤਲਬ ਜੋਗਸ ਦਾ ਆਨਸਰ ਹੈਗਾ ਮੇਰਾ BI ਆਪਸ਼ਨ ਨੰਬਰ A। ठीक है, आओ कुछ और क्वेश्चन कर लेने हैं। हुण देखो कोई सेंटेंसेस मीनिंगफुल नहीं, कोई कोड वर्ड्स मीनिंगफुल नहीं, पर फिर भी ये आंसर्स है। हुण अगला क्वेश्चन है नाइस बिग हाउस, इनका कोड हैगा आवला। हाउस इज गुड दा कोड हैगा FITKONDAN। कॉस्ट इज हाई दा कोड हैगा WARMTIRFIT। ਤਾਂ ਕੁਐਸਚਨ ਕੀ ਹੈ ਵਾਟ ਇਜ਼ ਕੋਡ ਆਫ ਗੁੱਡ, ਗੁੱਡ ਦਾ ਕੋਡ ਲੱਭਣਾ। ਹੁਣ ਗੁੱਡ ਕੱਲਾ ਦੂਜੇ ਸੈਂਟੈਂਸ ਵਿੱਚ ਹੈ, ਤਾਂ ਉਵੇਂ ਹੀ ਆਪਾਂ ਨੂੰ ਹੁਣ ਗੁੱਡ ਇੱਕ ਸੈਂਟੈਂਸ ਵਿੱਚ ਹੈ ਤਾਂ ਇਹਦਾ ਕੋਡ ਨਹੀਂ ਲੱਭ ਸਕਦੇ। ਤਾਂ ਆਪਾਂ ਕੀ ਕਰਾਂਗੇ, ਇਹਦੇ ਨਾਲ ਇਸੇ ਵਾਕ ਵਿੱਚ ਜਿਹੜੇ ਹੋਰ ਦੋ ਸ਼ਬਦ ਹੈ ਹਾਊਸ ਇਜ਼, ਉਹਨਾਂ ਦਾ ਕੋਡ ਲੱਭਾਂਗੇ ਤਾਂ ਫਿਰ ਇਹਦਾ ਆਪਣੇ ਆਪ ਪਤਾ ਚੱਲ ਜੂਗਾ। ਤਾਂ ਹੁਣ ਹਾਊਸ ਕਿਹੜੇ ਕਿਹੜੇ ਚ ਹੈ, ਪਹਿਲੇ ਚ ਵਰਡ ਤੇ ਦੂਜੇ ਸੈਂਟੈਂਸ ਚ। ਤਾਂ ਪਹਿਲੇ ਤੇ ਦੂਜੇ ਚੋਂ ਕਿਹੜਾ ਕੋਡ ਸ਼ਬਦ ਸੇਮ ਹੈ ਆ ਰਿਹਾ DAN ਸੇਮ ਹੈ ਨਾ। ਤਾਂ ਇਸ ਦਾ ਮਤਲਬ ਦੂਜੇ ਵਿੱਚ ਇਹ ਮੈਂ ਕੱਟਦਾ ਕਿਉਂਕਿ ਆਪਾਂ ਗੁੱਡ ਦਾ ਲੱਭਣਾ ਤੇ ਇਹਦਾ ਹੋ ਨਹੀਂ ਸਕਦਾ। ਹੁਣ ਇਜ਼ ਦੇਖੀਏ, ਇਜ਼ ਦੂਜੇ ਤੇ ਤੀਜੇ ਚ ਹੈ ਤੇ ਦੂਜੇ ਤੇ ਤੀਜੇ ਚ ਕਿਹੜਾ ਕੋਡ ਸੇਮ ਹੈ FIT ਤੇ FIT ਆ ਸੇਮ ਹੈ। तो इसका मतलब ए भी कटदा इज दा ए कोड है तो गुड दा नहीं हो सकता। तो फिर केड़ा कोड बच गया KON, तो गुड दा कोड है KOND ऑप्शन। ठीक है, अगला डॉग्स आर बार्किंग, इनका कोड है TOMKUNSUT। डॉग्स एंड हॉर्सेस इनका कोड आ रहा। डोंकीज आर मैड, इनका कोड आ रहा। क्वेश्चन की है वॉट इज कोड ऑफ बार्किंग। हुण बार्किंग दा कोड लभना तो बार्किंग कला पहले विच है, तो हुण इहदे नाल किहड़े शब्द दिते डॉग्स आर। डॉग्स पहले ते दूजे दोवां वाकां विच है, तो पहले ते दूजे च दोवां वाकां च किहड़ा कोड आ रहा KUN। तो बार्किंग दा कोड लभना वो पहले च है, तो इसदा मतलब पहले च मैं KUN नूं कट्टण लगी हां कि यह कोड बार्किंग दा नहीं हो सकता। हुण अगे है आर शब्द, आर पहले ते तीजे च है, ते पहले ते तीजे च किहड़ा कोड सेम है TOM। तो इसका मतलब TOM कोड आर दा, तो बार्किंग दा नहीं हो सकता। तो बार्किंग का फिर किहड़ा कोड रह गया SUD, यानी कि बार्किंग का कोड SUD है, यानी कि ऑप्शन नंबर A। ठीक है जी। हुण अगला क्वेश्चन है सॉफ्टर देन फ्लावर, इनका कोड है NITCO SCOTINGO। स्वीट फ्लावर फ्रेगरेंस ये दूजा वाक है जिनका कोड है आर्या। तीजा वाक है स्वीट देन स्माइल, इनका कोड है आर्या। हुण क्वेश्चन की है व्हाट इज कोड ऑफ फ्रेगरेंस, फ्रेगरेंस का कोड लभना। हुण फ्रेगरेंस किथे है दूजे सेंटेंस विच है, तो फ्रेगरेंस कला एक सेंटेंस विच है, तो तरीका उही है फ्रेगरेंस का कोड नहीं लभ सकते। तो आपां इहनूं छड्ड के बाकी दो शब्द जिहड़े है उसे वाक विच उन्हां दा कोड लभांगे। तो हुण पहला शब्द है स्वीट, स्वीट दूजे ते तीजे वाक विच है, तो दूजे ते तीजे विच सेम किहड़ा है MST आ सेम है, तो ये कैंसल हो गया। फिर दूजा शब्द है फ्लावर, फ्लावर पहले ते दूजे विच हैगा आ रहा, तो पहले ते दूजे विच केड़ा कोड सेम है TINGO, तो आ भी कैंसल करता। तो हुण बच केड़ा गया को RHO, तो इसका मतलब RHO किंदा कोड है फ्रेगरेंस का। तो आंसर की आ गया फ्रेगरेंस का RHO कोड, यानी कि A ऑप्शन। ठीक है, हुण अगला गुड लिटल फ्रॉक, इनका कोड की है MXYDASZC है। दूजा सेंटेंस गर्ल बिहेव्स गुड, इनका कोड आ रहा। तीजा सेंटेंस गर्ल मेक्स मिसचीफ, इनका कोड आ रहा। चौथा सेंटेंस हुण इस क्वेश्चन विच आपां नूं 4 सेंटेंसेस दिते है। चौथा की है लिटल गर्ल फेल, उनका कोड आ रहा। क्वेश्चन की है व्हाट इज कोड ऑफ फ्रॉक, तो फ्रॉक का कोड लभना।
ਹੁਣ ਫਰੋਕ ਜਿਹੜਾ ਹੈਗਾ ਕੱਲੇ ਪਹਿਲੇ ਵਾਕ ਵਿੱਚ ਹੈ, ਹੋਰ ਕਿਤੇ ਹੈ ਨਹੀਂ। ਤਾਂ ਫਿਰ ਤਰੀਕਾ ਉਹੀ ਅਪਣਾਵਾਂਗੇ ਕਿ ਫਰੋਕ ਦੇ ਨਾਲ ਜਿਹੜੇ ਦੋ ਸ਼ਬਦ ਹੈ ਉਹਨਾਂ ਦਾ ਕੋਡ ਲੱਭ ਲਾਂਗੇ। ਤਾਂ ਫਿਰ ਜਿਹੜਾ ਬਚਿਆ ਕੋਡ ਹੋਊਗਾ ਪਹਿਲੇ ਵਾਕ ਵਿੱਚ ਉਹ ਤੀਜਾ ਉਹ ਫਰੋਕ ਦਾ ਹੋਊਗਾ। ਤਾਂ ਹੁਣ ਪਹਿਲਾ ਵਰਡ ਹੈ ਗੁੱਡ। ਤਾਂ ਗੁੱਡ ਕਿੱਥੇ ਕਿੱਥੇ ਹੈ? ਇੱਕ ਤਾਂ ਪਹਿਲੇ ਵਿੱਚ ਹੈ ਤੇ ਇੱਕ ਦੂਜੇ ਵਿੱਚ ਹੈ। ਤਾਂ ਪਹਿਲੇ ਤੇ ਦੋਵੇਂ ਕੋਡ ਵਰਡ ਵਾਲੇ ਸੈਂਟੈਂਸ ਵਿੱਚ ਕਿਹੜਾ ਕਾਮਨ ਹੈ? ZC ਹੈ। ਤਾਂ ਇਸਦਾ ਮਤਲਬ ਮੈਂ ਇਹਨੂੰ ਕੈਂਸਲ ਕਰਨ ਲੱਗੀ ਹਾਂ। ਪਹਿਲੇ ਵਾਕ ਵਿੱਚ ZCI ਕੈਂਸਲ ਹੋ ਗਿਆ ਕਿਉਂਕਿ ਇਹ ਕੋਡ ਹੈਗਾ ਗੁੱਡ ਦਾ, ਆਪਾਂ ਪਤਾ ਕਰਨਾ ਹੈ ਫਰੋਕ ਦਾ। ਦੂਜਾ ਵਰਡ ਹੈਗਾ ਲਿਟਲ। ਤਾਂ ਲਿਟਲ ਕਿੱਥੇ ਕਿੱਥੇ ਹੈ? ਲਿਟਲ ਇੱਕ ਤਾਂ ਆ ਰਿਹਾ ਪਹਿਲੇ ਵਿੱਚ, ਇੱਕ ਚੌਥੇ ਵਿੱਚ ਹੈ। ਤਾਂ ਹੁਣ ਪਹਿਲੇ ਤੇ ਚੌਥੇ ਸੈਂਟੈਂਸ ਦੇ ਕੋਡ ਵਰਡ ਵਾਲੇ ਸੈਂਟੈਂਸ 'ਚ ਕਿਹੜਾ ਕਾਮਨ ਹੈ? ਦੱਸੋ। DAS। DAS ਇੱਥੇ ਵੀ ਹੈ, DAS ਇੱਥੇ ਵੀ ਹੈ। ਤਾਂ ਫਿਰ ਪਹਿਲੇ ਵਿੱਚੋਂ ਮੈਂ DAS ਵੀ ਕੈਂਸਲ ਕਰਤਾ। ਤਾਂ ਇਸ ਦਾ ਮਤਲਬ ਹੁਣ ਕਿਹੜਾ ਬਚ ਗਿਆ? MXY। ਤਾਂ ਇਸ ਦਾ ਮਤਲਬ ਮੇਰੇ ਕੋਲ ਫਰੋਕ ਦਾ ਕੋਡ ਕੀ ਹੈ? MXY। ਤਾਂ ਆਪਸ਼ਨ A MXY ਨਹੀਂ ਦਿੱਤੀ, B ਵੀ ਨਹੀਂ ਦਿੱਤੀ, C ਵੀ ਨਹੀਂ ਦਿੱਤੀ। ਤਾਂ ਇਸ ਦਾ ਮਤਲਬ ਇਹਦੇ ਚ ਆਨਸਰ ਆ ਗਿਆ ਨਨ, ਕਿਉਂਕਿ ਜਿਹੜੀ ਆਪਸ਼ਨ ਆਪਣਾ ਆਨਸਰ ਹੈ ਉਹਦੇ ਇਹਨਾਂ ਚ ਕਿਸੇ ਚ ਦਿੱਤੀ ਨਹੀਂ। ਤਾਂ ਫਿਰ ਆਪਸ਼ਨ ਨੰਬਰ D ਨਨ ਹੀ ਇਹਦਾ ਆਨਸਰ। ਠੀਕ ਹੈ। ਅਗਲਾ ਕੁਐਸਚਨ ਹੈ ਰੋਜ਼ਿਸ ਆਰ ਬਲੂ। ਤਾਂ ਉਹਦਾ ਕੋਡ ਆ ਰਿਹਾ। ਅਗਲਾ ਸੈਂਟੈਂਸ ਹੈ ਰੈਡ ਫਲਾਵਰਸ, ਉਹਦਾ ਕੋਡ ਆ ਰਿਹਾ। ਤੀਜਾ ਵਾਕ ਹੈਗਾ ਫਲਾਵਰਸ ਆਰ ਵੈਜੀਟੇਬਲਸ, ਉਹਦਾ ਕੋਡ ਆ ਰਿਹਾ। ਕੁਐਸਚਨ ਕੀ ਹੈ? ਵਾਟ ਇਜ਼ ਕੋਡ ਆਫ ਰੈਡ? ਰੈਡ ਦਾ ਕੋਡ ਲੱਭਣਾ। ਤਾਂ ਹੁਣ ਰੈਡ ਕਿਹੜੇ ਵਾਕ ਵਿੱਚ ਆ ਰਿਹਾ? ਦੂਜੇ ਵਾਕ ਚ। ਹੁਣ ਇਹਦੇ ਰੈਡ ਦਾ ਤਾਂ ਆਪਾਂ ਨੂੰ ਕੋਡ ਇਹ ਦੋਵਾਂ ਚੋਂ ਵੀ ਨਹੀਂ ਪਤਾ ਚੱਲ ਸਕਦਾ। ਜਦੋਂ ਤਿੰਨ ਕੋਡ ਵਰਡ ਹੁੰਦੇ ਆ ਤਾਂ ਵੀ ਨਹੀਂ ਪਤਾ ਚੱਲ ਸਕਦਾ। ਜੇ ਦੋ ਹੈ ਤਾਂ ਵੀ ਦੋਵਾਂ ਚੋਂ ਰੈਡ ਦਾ ਕਿਹੜਾ ਹੈ ਤਾਂ ਵੀ ਨਹੀਂ ਪਤਾ ਚੱਲ ਸਕਦਾ। ਤਾਂ ਫਿਰ ਤਰੀਕਾ ਕੀ ਹੈ? ਰੈਡ ਨੂੰ ਛੱਡ ਕੇ ਫਲਾਵਰਸ ਦਾ ਕੋਡ ਲੱਭਾਂਗੇ। ਇਹਦੇ ਚੋਂ ਜਿਹੜਾ ਫਲਾਵਰ ਦਾ ਹੋਊਗਾ ਉਹਨੂੰ ਛੱਡ ਕੇ ਦੂਜਾ ਜਿਹੜਾ ਹੋਊਗਾ ਇਸ ਦਾ ਮਤਲਬ ਉਹ ਕਿੰਦਾ ਹੋਊਗਾ? ਰੈਡ ਦਾ। ਹੁਣ ਫਲਾਵਰਸ ਕਿੰਦੇ ਵਿੱਚ ਹੈ? ਦੂਜੇ ਤੇ ਤੀਜੇ ਵਾਕ ਦੋਵਾਂ ਵਿੱਚ ਹੈ। ਤੇ ਦੂਜੇ ਤੇ ਤੀਜੇ ਵਾਕ ਦੋਵਾਂ ਚ ਕਿਹੜਾ ਕੋਡ ਵਰਡ ਹੈ? ਆ ਰਿਹਾ HEE ਦੋਵਾਂ ਚ ਕਾਮਨ ਹੈ। ਤਾਂ ਇਸ ਦਾ ਮਤਲਬ ਇਹ ਕੈਂਸਲ ਹੋ ਗਿਆ। ਤਾਂ ਕਿਹੜਾ ਕੋਡ ਬਚ ਗਿਆ? SIK। ਤਾਂ SIK ਕਿੰਦਾ ਕੋਡ ਹੈ? ਰੈਡ ਦਾ, ਯਾਨੀ ਕਿ B ਆਪਸ਼ਨ। ਠੀਕ ਹੈ। ਅਖੀਰਲਾ ਸਵਾਲ ਗ੍ਰੀਨ ਐਂਡ ਟੇਸਟੀ, ਉਹਦਾ ਕੋਡ ਆ ਰਿਹਾ। ਟੋਮੈਟੋ ਇਜ਼ ਗ੍ਰੀਨ, ਉਹਦਾ ਕੋਡ ਆ ਰਿਹਾ। ਫੂਡ ਇਜ਼ ਟੇਸਟੀ, ਉਹਦਾ ਕੋਡ ਆ ਰਿਹਾ। ਕੁਐਸਚਨ ਕੀ ਹੈ? ਵਾਟ ਇਜ਼ ਕੋਡ ਆਫ ਟੋਮੈਟੋ ਇਜ਼ ਟੇਸਟੀ। ਹੁਣ ਤੱਕ ਜਿੰਨੇ ਕੁਐਸਚਨ ਕੀਤੇ ਆ ਉਹਨਾਂ ਚ ਆਪਾਂ ਨੂੰ ਕੱਲਾ ਇੱਕ ਵਰਡ ਦਿੱਤਾ ਹੁੰਦਾ ਸੀ ਜਿੰਦਾ ਕੋਡ ਲੱਭਣਾ ਸੀ। ਹੁਣ ਇਸ ਵਿੱਚ ਆਪਾਂ ਨੂੰ ਪੂਰਾ ਸੈਂਟੈਂਸ ਵਾਕ ਦੇਤਾ, ਇਹਦਾ ਕੋਡ ਲੱਭੋ ਟੋਮੈਟੋ ਇਜ਼ ਟੇਸਟੀ। ਠੀਕ ਹੈ। ਤਾਂ ਉਵੇਂ ਇੱਕ ਇੱਕ ਵਰਡ ਕਰਕੇ ਲੱਭਾਂਗੇ। ਪਹਿਲਾ ਟੋਮੈਟੋ। ਟੋਮੈਟੋ ਦਾ ਕੀ ਹੈ ਕੋਡ? ਟੋਮੈਟੋ ਕੱਲਾ ਇੱਕ ਵਾਕ ਵਿੱਚ ਹੀ ਹੈ, ਯਾਨੀ ਕਿ ਦੂਜੇ ਵਾਕ ਚ ਕੱਲਾ ਇੱਕ ਵਰਡ ਹੈ। ਫਿਰ ਇਹਦਾ ਤਾਂ ਲੱਭਣਾ ਔਖਾ ਹੈ, ਤਾਂ ਆਪਾਂ ਫਿਰ ਟੋਮੈਟੋ ਨੂੰ ਛੱਡ ਕੇ ਇਜ਼ ਦਾ ਲੱਭੀਏ ਪਹਿਲਾਂ। ਹੁਣ ਇਜ਼ ਦੂਜੇ ਤੇ ਤੀਜੇ ਦੋਵਾਂ ਵਿੱਚ ਹੈ। ਤਾਂ ਇਜ਼ ਦਾ ਦੂਜੇ ਤੇ ਤੀਜੇ ਵਿੱਚ ਕਿਹੜਾ ਸੇਮ ਕੋਡ ਹੈ? HOR। ਤਾਂ ਇਸ ਦਾ ਮਤਲਬ ਇਜ਼ ਦਾ ਕੋਡ ਕੀ ਹੋ ਗਿਆ ਮੇਰੇ ਕੋਲ? HOR। 1 2 3 ਕੋਡ ਵਰਡ ਚਾਹੀਦੇ ਆ। ਪਹਿਲੇ ਤੇ ਟੋਮੈਟੋ ਦਾ, ਦੂਜੇ ਤੇ ਇਸ ਦਾ, ਤੀਜੇ ਤੇ ਟੇਸਟੀ ਦਾ। ਹੁਣ ਇਸ ਦਾ ਮੈਂ ਲੱਭ ਲਿਆ। ਹੁਣ ਟੇਸਟੀ ਦੀ ਵਾਰੀ ਹੈ। ਟੇਸਟੀ ਦਾ ਪਹਿਲੇ ਤੇ ਤੀਜੇ ਵਾਕ ਵਿੱਚ ਹੈ। ਤਾਂ ਪਹਿਲੇ ਤੇ ਤੀਜੇ ਵਿੱਚ ਕਿਹੜਾ ਕੋਡ ਵਰਡ ਸੇਮ ਹੈ? ਦੱਸੋ। BIR। ਦੇਖੋ ਪਹਿਲੇ ਤੇ ਤੀਜੇ ਵਿੱਚ ਦੋਵਾਂ ਵਿੱਚ ਇਹ ਕੋਡ ਵਰਡ ਕਾਮਨ ਹੈ। ਤਾਂ ਇਸ ਦਾ ਮਤਲਬ ਟੇਸਟੀ ਦਾ ਹੋ ਗਿਆ BIR। ਠੀਕ ਹੈ। ਹੁਣ ਦੇਖੋ ਆਪਣੇ ਕੋਲ ਹਲੇ ਟੋਮੈਟੋ ਦਾ ਕੋਡ ਵਰਡ ਪਿਆ ਲੱਭਣ ਵਾਲਾ, ਪਰ ਆਪਾਂ ਆਪਸ਼ਨਸ ਚ ਦੇਖ ਲਈਏ HOR ਤੇ BIR ਵਾਲੀ ਕੋਈ ਹੈਗੀ ਹੈ? HOR BIR, ਇਹ ਵੀ HOR ਤੇ BIR ਵਾਲੀ ਇਹ ਆਪਸ਼ਨ ਹੈਗੀ ਹੈ। ਇਹਦੇ ਚ HOR ਤੇ BIR ਹੈ ਨਹੀਂ, ਸਮਝ ਇਹ ਆਪਸ਼ਨ ਤਾਂ ਆਪਣੇ ਮੁਕਾਬਲੇ ਤੋਂ ਬਾਹਰ ਹੋ ਗਈ। ਹੁਣ ਇਹਦੇ ਚ ਵੀ HOR BIR ਵਾਲੀ ਹੈਗੀ ਹੈ ਤੇ ਇੱਕ ਨਨ ਵੀ ਹੈ। ਤਾਂ ਇਸ ਦਾ ਮਤਲਬ ਆਪਾਂ ਟੋਮੈਟੋ ਦਾ ਕੋਡ ਲੱਭਣ ਤੋਂ ਬਚ ਨਹੀਂ ਸਕਦੇ, ਆਪਾਂ ਨੂੰ ਲੱਭਣਾ ਹੀ ਪੈਣਾ। ਮੈਂ ਸੋਚਦੀ ਸੀ ਕਿ ਜੇ ਕੱਲੇ 2 ਕੋਡਾਂ ਨਾਲ ਹੀ ਆਪਣਾ ਕੰਮ ਚੱਲ ਜੇ
ਤਾਂ ਨਹੀਂ ਚੱਲਣ ਵਾਲਾ ਆਪਾਂ ਨੂੰ ਲੱਭਣਾ ਹੀ ਪੈਣਾ। ਹੁਣ ਟੋਮੈਟੋ ਦਾ ਕੋਡ ਲੱਭਣ ਲਈ ਇਸ ਗ੍ਰੀਨ ਦਾ ਲੱਭਣਾ ਪਊਗਾ। ਇਸ ਦਾ ਆਪਾਂ ਪਹਿਲਾਂ ਹੀ ਲੱਭ ਲਿਆ ਕੀ ਹੈ HOR, ਤਾਂ ਇਹ ਦੂਜੇ ਵਾਕ ਵਿੱਚ HOR ਤਾਂ ਟੋਮੈਟੋ ਦਾ ਹੈ ਨਹੀਂ। ਹੁਣ ਬਚੇ ਆ ਦੋ ਕੋਡ ਵਰਡ। ਹੁਣ ਤੀਜਾ ਸ਼ਬਦ ਕੀ ਹੈ ਗ੍ਰੀਨ, ਤਾਂ ਗ੍ਰੀਨ ਪਹਿਲੇ ਤੇ ਦੂਜੇ ਵਿੱਚ ਹੈ, ਤਾਂ ਪਹਿਲੇ ਤੇ ਦੂਜੇ ਵਿੱਚ ਕਿਹੜਾ ਕੋਡ ਵਰਡ ਕਾਮਨ ਹੈ NaC, ਠੀਕ ਹੈ। ਤਾਂ ਇਸ ਦਾ ਮਤਲਬ ਗ੍ਰੀਨ ਦਾ ਕੋਡ ਵਰਡ ਹੋ ਗਿਆ NaC। ਤਾਂ ਫਿਰ ਟੋਮੈਟੋ ਦਾ ਕੋਡ ਵਰਡ ਕੀ ਬਚਿਆ PIC। ਤਾਂ ਫਿਰ ਆਪਸ਼ਨ ਨੰਬਰ ਕੀ ਹੈ HOR BIR PIC, यानी कि C ऑप्शन अपना आंसर है। ਹੁਣ ਤੁਸੀਂ ਕਹੋਗੇ ਕਿ ਆਪਾਂ ਆਪਣਾ ਆਰਡਰ ਆਨਸਰ ਦਾ ਹੋਰ ਹੈ, ਇੱਥੇ ਸੀਕੁਐਂਸ ਹੋਰ ਹੈ। ਦੇਖੋ ਆਰਡਰ ਜਾਂ ਸੀਕੁਐਂਸ ਕੋਡ ਵਰਡਸ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਰੇ ਸੈਂਟੈਂਸਿਸ ਕੋਡ ਵਰਡਸ ਮੀਨਿੰਗਲੈਸ ਹੈ, ਇਹਨਾਂ ਦਾ ਕੋਈ ਮੀਨਿੰਗ ਨਹੀਂ, ਤਾਂ ਇਸ ਕਰਕੇ ਆਰਡਰ ਹੋਰ ਵੀ ਹੋ ਸਕਦਾ, ਠੀਕ ਹੈ। ਤਾਂ ਇਹ ਸੀ ਸਾਡੀ ਅੱਜ ਕੋਡਿੰਗ ਡੀਕੋਡਿੰਗ ਟਾਈਪ 4 ਯਾਨੀ ਕਿ ਮਿਕਸਡ ਐਲਫਾਬੈਟ ਕੋਡਿੰਗ। ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਤੇ ਇਹਨਾਂ ਕੁਐਸਚਨਾਂ ਦੀ ਪ੍ਰੈਕਟਿਸ ਤੁਸੀਂ ਜਿੰਨੀ ਹੋ ਸਕਦੀ ਹੈ ਹੈਲਪ ਬੁੱਕਸ ਗਾਈਡ ਬੁੱਕਸ ਤੋਂ ਕਰੋ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ, ਪੁੱਛ ਸਕਦੇ ਹੋ, ਠੀਕ ਹੈ ਜੀ। ਤੇ ਜਾਣ ਤੋਂ ਪਹਿਲਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤੇ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲੋ। Thank you. Have a nice day.